ਜਿਹੜੀ ਪਾਰਟੀ ਸੱਤਾ 'ਚ ਆਉਂਦੀ ਆ ਉਹਦੇ ਮੁੱਖ ਮੰਤਰੀ ਨੂੰ ਤੇ ਪ੍ਰਧਾਨ ਨੂੰ ਇਕਸੁਰ ਹੋ ਕੇ ਹੀ ਚੱਲਣਾ ਪੈਣਾ, ਤਾਂ ਹੀ ਪੰਜਾਬ ਦਾ ਤੇ ਪੰਜਾਬੀਆਂ ਦਾ ਭਲਾ ਹੋਣਾ। ਪਰ ਇੱਥੇ ਉਲਟਿਆ ਵੀ ਦੋਨੇ ਤਰ੍ਹਾਂ ਇੱਕ ਦੂਜੇ ਦੇ ਬਿਲਕੁਲ ਉਲਟ ਖੜੀਆਂ ਨੇ। ਲੀਡਰਾਂ ਦੇ ਉੱਪਰ ਲੋਕਾਂ ਦਾ ਭਰੋਸਾ ਜਿਹੜਾ ਉਹ ਟੁੱਟ ਚੁੱਕਾ। ਜਿਹੜੇ ਲੀਡਰ ਵਾਅਦੇ ਕਰਦੇ ਨਾ ਜੀ, ਉਹ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹਿਣੀ, ਜਦੋਂ ਲੋਕਾਂ ਨੇ ਪਿੰਡਾਂ ਪਿੰਡ ਗਲੀਆਂ ਗਲੀਆਂ ਪੁੱਛਣਾ ਘੇਰ ਕੇ ਕਿ ਸਿੱਧੂ ਸਾਹਿਬ ਆਪਣੇ ਕੰਨ ਬੰਦ ਕਰਕੇ ਚੱਲਦੇ ਆ, ਉਹ ਸੁਣਦੇ ਨਹੀਂ ਕਿਸੇ ਦੀ, ਸੁਣਾ ਕੇ ਜਾਂਦੇ ਆ। ਨਵਜੋਤ ਸਿੰਘ ਸਿੱਧੂ ਭੁੱਲ ਕਰ ਰਹੇ ਨੇ। ਜੇ ਉਹਨਾਂ ਦੀ ਜਾਤੀ ਖੁੰਦਕ ਆ ਉਹ ਵੱਖਰੀ ਗੱਲ ਆ, ਪਰ ਪਬਲਿਕਲੀ ਜੇ ਤੁਸੀਂ ਸਤਿਕਾਰ ਨਹੀਂ ਕਰਦੇ ਤਾਂ ਫਿਰ ਲੋਕ ਬੜੇ ਸਿਆਣੇ ਹੁੰਦੇ ਨੇ। ਇਹ ਤੜਪ ਸੱਚੀਓ ਪੰਥ ਦੇ ਵਿੱਚ ਆਉਣ ਵਾਲੀ ਤੜਪ ਹੈ, ਜਾਂ ਪੁੱਤ ਨੇ ਰੈਲੀ ਕੀਤੀ ਸੀ ਸਿਆਸੀ, ਤੇ ਸਿਆਸੀ ਰੈਲੀਆਂ ਦੇ ਵਿੱਚ ਹੁਣ ਜਾਣ ਦੀ ਤੜਪ ਜਿਹੜੀ ਉਹਨਾਂ ਦੇ ਅੰਦਰ ਤਲਬ ਉੱਠੀ ਹੈ। ਹੁਣ ਹੁਕਮ ਅਕਾਲ ਤਖਤ ਸਾਹਿਬ ਤੋਂ ਜੋ ਜਾਰੀ ਹੁੰਦੇ ਹੁਕਮਨਾਮੇ ਹੁੰਦੇ ਨੇ, ਜੋ ਉਹਦੇ ਫੈਸਲੇ ਹੁੰਦੇ ਨੇ, ਉਹਨੂੰ ਅਟੱਲ ਸੱਚਾਈ ਮੰਨਿਆ ਜਾਂਦਾ ਹੈਗਾ। ਜੇ ਇਹ ਪਿਰਤ ਪੈਂਦੀ ਆ ਤੇ ਇਹਦੇ ਨਾਲ ਬਹੁਤ ਵੱਡੇ ਹੋਰ ਵੀ ਸੰਕਟ ਖੜੇ ਹੋਣਗੇ। ਇੱਕ ਮਾਫੀ ਤਾਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵੀ ਦਿੱਤੀ ਜਾ ਚੁੱਕੀ ਹੈ। ਇਸ ਗੱਲ ਦੇ ਨਾਲ ਢਾਹ ਕਿਹਨੂੰ ਲੱਗੀ ਆ? ਅਕਾਲ ਤਖਤ ਦੇ ਵਕਾਰ ਨੂੰ ਢਾਹ ਲੱਗੀ ਆ, ਉਹਦੇ ਤੇ ਜਥੇਦਾਰ ਦੇ ਵਕਾਰ ਨੂੰ ਢਾਹ ਲੱਗੀ ਆ। ਮੈਕਸਿਮ ਗੋਰਕੀ ਨੇ ਕਿਹਾ ਸੀ ਕਿ ਮੁਲਕ ਦੇ तमाम ਕਿਰਤੀਆਂ ਮਜ਼ਦੂਰਾਂ ਨੂੰ ਪੜ੍ਹਨਾ ਚਾਹੀਦਾ ਹੈ, ਤਾਂ ਕਿ ਉਹਨਾਂ ਨੂੰ ਘੱਟੋ ਘੱਟ ਇਹ ਗੱਲ ਦਾ ਪਤਾ ਲੱਗ ਸਕੇ ਕਿ ਸਾਡੇ ਜ਼ਿੰਦਗੀ ਦੇ ਵਿੱਚ ਇੰਨੀਆਂ ਪਰੇਸ਼ਾਨੀਆਂ ਕਿਉਂ ਆ ਤੇ ਕਿਵੇਂ ਇਹ ਪਰੇਸ਼ਾਨੀਆਂ ਦੂਰ ਹੋ ਸਕਦੀਆਂ। ਪਰ ਅਸੀਂ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਆ ਕਿ ਵਾਰ-ਵਾਰ ਸਰਕਾਰਾਂ ਬਦਲਦੀਆਂ ਨੇ, ਸੱਤਾ 'ਚ ਆਉਂਦੀਆਂ ਨੇ ਪਾਰਟੀਆਂ, ਸੱਤਾ ਹੰਢਾ ਕੇ ਚਲੇ ਜਾਂਦੀਆਂ, ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਕਿਉਂ ਨਹੀਂ ਆਉਂਦੀ, ਤੁਹਾਡੀਆਂ ਮੁਸ਼ਕਲਾਂ ਕਾਹਤੋਂ ਨਹੀਂ ਹੱਲ ਹੁੰਦੀਆਂ, ਇਹ ਜੇ ਜਾਣਨਾ ਤਾਂ ਤੁਹਾਨੂੰ ਪੋਲਿਟਿਕਸ ਦੇ ਬਾਰੇ ਪੜ੍ਹਨਾ ਸੁਣਨਾ ਪਏਗਾ, ਉਹਨੂੰ ਚੰਗੇ ਤਰੀਕੇ ਨਾਲ ਘੋਖੜਨਾ ਪੜਤਾਲਣਾ ਪਏਗਾ। ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿਹੜੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਸਿਰਫ ਸੁਰਖੀਆਂ ਤੱਕ ਤੁਹਾਨੂੰ ਮਹਿਦੂਦ ਨਾ ਰੱਖਿਆ ਜਾਵੇ, ਬਲਕਿ ਸੁਰਖੀਆਂ ਦੇ ਆਰ-ਪਾਰ ਜਾ ਕੇ ਉਸ ਖਬਰ ਦੇ ਮਾਇਨੇ ਕੀ ਹੈ ਉਹ ਵੀ ਤੁਹਾਨੂੰ ਸਮਝਾਏ ਜਾਣ। ਤੇ ਮੂਲ ਮੁੱਦੇ ਪੰਜਾਬ ਦੇ ਕਿਹੋ ਜਿਹੇ ਨੇ, ਉਹਨਾਂ ਮੂਲ ਮੁੱਦਿਆਂ ਨੂੰ ਦਰਕਿਨਾਰ ਕਰਕੇ ਸਾਡੀਆਂ ਸਿਆਸੀ ਪਾਰਟੀਆਂ ਕਿਵੇਂ ਸਾਨੂੰ ਉਹਨਾਂ ਮੁੱਦਿਆਂ ਦੇ ਵਿੱਚ ਉਲਝਾਈ ਰੱਖਦੀਆਂ ਨੇ ਜਿਹੜੇ ਮੁੱਦੇ ਸਿਰਫ ਮਸਨੂਈ ਹੁੰਦੇ ਨੇ ਜਾਂ ਵਕਤੀ ਹੁੰਦੇ ਨੇ, ਪਰ ਲੰਬਾ ਸਮਾਂ ਸਾਡੇ ਲਈ ਜਿਹੜਾ ਉਹ ਮੁਸੀਬਤ ਦਾ ਕਾਰਨ ਬਣੇ ਰਹਿੰਦੇ। ਪਾਲ ਸਿੰਘ ਨੌਲੀ ਹੋਰੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਨੌਲੀ ਸਾਹਿਬ, ਜਦੋਂ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ, ਇਸ ਵੇਲੇ ਲੱਗਦਾ ਹੈ ਕਿ ਬਹੁਤ ਕੁਝ ਉਥਲ ਪੁਥਲ ਹੋ ਰਹੀ ਹੈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ। ਕਾਂਗਰਸ ਦੇ ਵਿੱਚ ਨਵੇਂ ਪ੍ਰਧਾਨ ਥਾਪੇ ਗਏ ਨਵਜੋਤ ਸਿੰਘ ਸਿੱਧੂ ਹੋਰੀ, ਉਸ ਤੋਂ ਬਾਅਦ ਇੱਦਾਂ ਦੀ ਭਾਵ ਪੂਰੇ ਪੰਜਾਬ 'ਚ ਦਿੱਤੀ ਗਈ ਕਿ ਹੁਣ ਸਿੱਧੂ ਆ ਗਿਆ ਸਾਰੇ ਮਸਲੇ ਹੱਲ ਹੋ ਜਾਣੇ। ਜਾਂ ਸਿੱਧੂ ਹੋਰਾਂ ਨੇ ਪਹਿਲਾਂ ਵੀ ਕੁਝ ਇੱਦਾਂ ਦੀਆਂ ਪੋਸਟਾਂ ਪਾਈਆਂ, ਪੰਜਾਬ ਏਜੰਡੇ ਦੀ ਗੱਲ ਕੀਤੀ, ਪੰਜਾਬ ਮਾਡਲ ਦੀ ਗੱਲ ਕੀਤੀ, ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਹਾਂ ਜੇ ਮੈਂ ਅੱਗੇ ਆਉਣਾ ਨਾ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਪਹਿਲੀ ਗੱਲ ਤਾਂ ਆਪਾਂ ਗੱਲ ਇੱਥੋਂ ਸ਼ੁਰੂ ਕਰ ਲੈਂਦੇ, ਖਬਰ ਮੈਂ ਬਾਅਦ 'ਚ ਸ਼ੁਰੂ ਕਰਨੀ ਹੈ ਕਿ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਸੰਭਵ ਹੈਗੀਆਂ ਕਿ ਇੱਕ ਵਿਅਕਤੀ ਜੇ ਕਹਿੰਦਾ ਕਿ ਮੈਂ ਆਹ ਸਾਰਾ ਕੁਝ ਕਰ ਸਕਦਾ ਤੇ ਇੱਦਾਂ ਹੋ ਸਕਦੀ ਹੈ, ਜੇ ਹੋ ਸਕਦੀ ਹੈ ਤੇ ਕਿਉਂ ਹੋ ਸਕਦੀ ਹੈ, ਜੇ ਇਹ ਕਰ ਸਕਦੇ ਆ ਤੇ ਪਹਿਲਿਆਂ ਨੇ ਕਾਹਤੋਂ ਨਹੀਂ ਕੀਤਾ? ਜਸਵੀਰ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮਨੁੱਖ ਦੇ ਵਿੱਚ ਜਿਹੜੀ ਉਹਦੀ ਵਿਲ ਪਾਵਰ ਆ ਉਹੀ ਸਾਰਾ ਕੁਝ ਉਹਦੇ ਕੋਲੋਂ ਕਰਾਉਂਦੀ ਆ। ਇੱਛਾ ਸ਼ਕਤੀ ਜੇ ਤੁਹਾਡੇ ਕੋਲ ਹੈਗੀ ਆ ਤੇ ਤੁਸੀਂ ਕਾਮਯਾਬ ਵੀ ਹੋ ਸਕਦੇ ਆ। ਇਹ 'ਚ ਨਹੀਂ ਵੀ ਬਹੁਤ ਸਾਰੀਆਂ ਤੁਹਾਨੂੰ ਦੁਨੀਆ ਦੇ ਵਿੱਚ ਉਦਾਹਰਨਾਂ ਇੱਦਾਂ ਦੀਆਂ ਮਿਲਣਗੀਆਂ ਜਿਹੜੇ ਇਕੱਲੇ ਬੰਦੇ ਨੇ, ਜਾਣੀ ਕਿ ਜਿਹੜਾ ਯੁੱਗ ਪਲਟਾਊ ਜਿਹੜੇ ਆ ਉਹ ਕੰਮ ਕੀਤੇ ਹੋਏ ਆ ਜੀ। ਤੇ ਪਰ ਜਿਹੜਾ ਰਾਜਨੀਤੀ ਦੇ ਵਿੱਚ ਲੋਕਾਂ ਦਾ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਕਿ ਲੀਡਰਾਂ ਦੇ ਉੱਪਰ ਲੋਕਾਂ ਦਾ ਭਰੋਸਾ ਜਿਹੜਾ ਉਹ ਟੁੱਟ ਚੁੱਕਾ। ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ, ਹਰ 5 ਸਾਲ ਬਾਅਦ ਵਾਅਦੇ ਆਉਂਦੇ ਤੇ ਲੋਕ ਉਹਨਾਂ ਵਾਅਦਿਆਂ ਨੂੰ ਉਡੀਕਦੇ ਉਹ ਸਰਕਾਰਾਂ ਦਾ ਸਮਾਂ ਖਤਮ ਹੋ ਜਾਂਦਾ, ਉਹ ਲੀਡਰ ਜਿਹੜੇ ਸੱਤਾਧਾਰੀ ਆ ਉਹ ਰੱਜ ਪੁੱਜ ਜਾਂਦੇ ਆ ਤੇ ਅਮੀਰ ਵੀ ਹੋ ਜਾਂਦੇ ਆ ਜੀ, ਤੇ ਲੋਕਾਂ ਦੀ ਹਾਲਤ ਵੱਧ ਤੋਂ ਵੀ ਬੱਤਰ ਹੋ ਜਾਂਦੀ ਆ। ਤੇ ਆਉਣ ਵਾਲੇ ਹੋਰ ਬੰਦਿਆਂ ਨੂੰ ਫਿਰ ਉਹ ਹੋਰ ਵਾਅਦਿਆਂ ਦੇ ਉਹਨਾਂ ਨੂੰ ਭਰਮਾਇਆ ਜਾਂਦਾ ਤੇ ਫਿਰ ਉਹ ਵਾਅਦਿਆਂ ਦੀ ਉਡੀਕ ਕਰਦੇ ਆ। ਇਹ ਹੁਣ ਇਹਨਾਂ ਵਾਅਦਿਆਂ ਤੋਂ ਲੋਕ ਸੁਚੇਤ ਹੋ ਗਏ ਆ, ਪਹਿਲਾਂ ਦੇ ਮੁਕਾਬਲੇ ਮੈਨੂੰ ਲੱਗਦਾ ਵੀ ਇਸ ਵਾਰ ਜ਼ਿਆਦਾ ਸੁਚੇਤ ਹੋ ਗਏ ਆ। ਉਹਦਾ ਕਾਰਨ ਮੈਨੂੰ ਇੱਕ ਹੋਰ ਲੱਗਾ ਕਿ ਜਿਹੜਾ 9 ਮਹੀਨੇ ਹੋ ਚੱਲੇ ਆ ਕਿਸਾਨ ਅੰਦੋਲਨ ਚੱਲਦੇ ਨੂੰ, ਜਿਹੜੀ ਉਹਨੇ ਚੇਤਨਾ ਪੈਦਾ ਕੀਤੀ ਆ,
ਹੁਣ ਲੋਕਾਂ ਨੂੰ ਸਵਾਲ ਵੀ ਪੁੱਛੇ ਜਾਣਗੇ, ਲੀਡਰਾਂ ਨੂੰ ਵੀ। ਜਿਹੜੇ ਲੀਡਰ ਵਾਅਦੇ ਕਰਦੇ ਨਾ ਜੀ, ਉਹ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹਿਣੀ, ਜਦੋਂ ਲੋਕਾਂ ਨੇ ਪਿੰਡਾਂ ਪਿੰਡ ਗਲੀਆਂ ਗਲੀਆਂ ਪੁੱਛਣਾ ਘੇਰ ਕੇ। ਅੱਛਾ, ਮੇਰਾ ਸਵਾਲ ਫਿਰ ਉੱਥੇ ਹੀ ਹੈ, ਸਿੱਧੂ ਜੇ ਕਾਮਯਾਬ ਹੋਏਗਾ ਤੇ ਕਿਉਂ ਹੋਏਗਾ? ਜੇ ਕਾਮਯਾਬ ਹੁੰਦਾ ਪਹਿਲੇ ਵਾਲੇ ਕਾਹਤੋਂ ਨਹੀਂ ਕਾਮਯਾਬ ਹੋਏ? ਗਲਤੀਆਂ ਕਿਹੜੀਆਂ ਕੀਤੀਆਂ? ਜੇ ਨਹੀਂ ਕਾਮਯਾਬ ਹੁੰਦਾ ਤੇ ਕੀ ਇਹਨੂੰ ਵੀ ਅਸੀਂ ਉਸੇ ਤਰੀਕੇ ਦਾ ਉਭਾਰ ਮੰਨ ਲਈਏ ਕਿ ਥੋੜ੍ਹਾ ਜਿਹਾ ਹਿਲਜੁਲ ਕੀਤੀ, ਪ੍ਰਚਾਰ ਕੀਤਾ ਤੇ ਉਭਾਰ ਹੁੰਦਾ? ਤੇ ਇਸੇ ਤਰੀਕੇ ਨਾਲ ਅਕਸਰ ਚੋਣਾਂ ਦੇ ਵਿੱਚ ਹੁੰਦਾ ਤੇ ਚੋਣਾਂ ਜਿੱਤ ਜਾਂਦੀਆਂ ਪਾਰਟੀਆਂ, ਮੂਲ ਉੱਥੇ ਦਾ ਉੱਥੇ ਹੀ ਰਹਿ ਜਾਂਦਾ। ਦੇਖੋ, ਸਿੱਧੂ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਇਮਾਨਦਾਰੀ ਆ, ਉਹਦੇ 'ਤੇ ਕੋਈ ਸ਼ੱਕ ਨਹੀਂ। ਜੋ ਉਹਨਾਂ ਦੇ ਕੰਮ ਕਰਨ ਦੀ ਉਹਨਾਂ ਦੀ ਸਮਰੱਥਾ, ਉਹ 'ਤੇ ਕੋਈ ਸ਼ੱਕ ਨਹੀਂ। ਪਰ ਇਹਦੇ ਬਾਵਜੂਦ ਵੀ ਉਹਦੀਆਂ ਕੁਝ ਕਮਜ਼ੋਰੀਆਂ ਨੇ ਜਿਹੜੀਆਂ ਹੁਣ ਲੋਕਾਂ ਨੂੰ ਦਿਸਣ ਲੱਗ ਪਈਆਂ ਨੇ, ਤੇ ਲੋਕੀ ਉਹਨੂੰ ਸਮਝਣ ਲੱਗ ਪਏ ਨੇ ਕਿ ਜਿੰਨਾ ਹੋ ਹੱਲਾ, ਕਿਉਂਕਿ ਇੱਕ ਉਹ ਕਲਾਕਾਰ ਹੋਣ ਦੇ ਨਾਤੇ ਨੌਜਵਾਨ ਯੂਥ ਤੇ ਸਾਰਾ ਹੋਰ ਵੀ ਲੋਕ ਜਿਹੜੇ ਉਹਦੇ ਵੱਲ ਖਿੱਚੇ ਜਾਂਦੇ ਸੀ ਤੇ ਉਹਦੀ ਗੱਲ ਨੂੰ ਸੁਣਦੇ ਵੀ ਸੀ। ਪਰ ਇਹ ਵੀ ਗੱਲ ਨਹੀਂ ਬਈ ਉਹਦੇ ਕੋਲ ਕੋਈ ਜਾਦੂ ਦੀ ਛੜੀ ਹੈਗੀ ਆ ਤੇ ਉਹ ਸਾਰਾ ਕੁਝ ਉਹਨੂੰ ਠੀਕ ਕਰ ਦੂੰਗਾ। ਜਿੱਥੇ ਪੰਜਾਬ ਪਹੁੰਚ ਚੁੱਕਿਆ, ਉੱਥੇ ਉਹਨੂੰ ਚਲਾਉਣ ਦੇ ਲਈ, ਉੱਥੋਂ ਉਸ ਜਿਲਣ 'ਚੋਂ ਕੱਢਣ ਲਈ ਇੱਕ ਸੂਝਵਾਨ ਬੰਦਿਆਂ ਦੀ ਟੀਮ ਦੀ ਲੋੜ ਆ, ਤਦ ਹੀ ਚੱਲੂਗੀ। ਪਰ ਜਿਹੜੀ ਕੱਚੀ ਜਾਣੀ ਗਿੱਲੀ ਕਹਾਣੀ ਪਾ ਲਈ ਆ ਉਹਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਸੱਤਾ ਦੇ 2 ਕੇਂਦਰ ਹੁਣ ਤੁਹਾਨੂੰ ਸਪਸ਼ਟ ਰੂਪ 'ਚ ਕਾਂਗਰਸ 'ਚ ਦੇਖਣ ਨੂੰ ਮਿਲਦੇ ਨੇ। ਜਦੋਂ ਤੱਕ ਸੁਨੀਲ ਜਾਖੜ ਜੀ ਰਹੇ ਤੇ ਕੈਪਟਨ ਤੇ ਅਮਰਿੰਦਰ ਸਿੰਘ ਇੱਕ ਸੁਰ ਰਹੇ, ਚਾਹੇ ਵਿੱਚ ਵਿੱਚ ਕਿਤੇ ਨਾ ਕਿਤੇ ਕੋਈ ਉੱਚੀ ਨੀਵੀਂ ਗੱਲ ਹੁੰਦੀ ਸੀ, ਪਰ ਇੱਕ ਸੁਰ ਦੇ ਵਿੱਚ ਰਹਿ ਕੇ ਜਿਹੜੀ ਪਾਰਟੀ ਸੱਤਾ 'ਚ ਆਉਂਦੀ ਆ, ਉਹਦੇ ਮੁੱਖ ਮੰਤਰੀ ਨੂੰ ਤੇ ਪ੍ਰਧਾਨ ਨੂੰ ਇੱਕ ਸੁਰ ਹੋ ਕੇ ਹੀ ਚੱਲਣਾ ਪੈਣਾ, ਤਾਂ ਹੀ ਪੰਜਾਬ ਦਾ ਤੇ ਪੰਜਾਬੀਆਂ ਦਾ ਭਲਾ ਹੋ ਸਕਦਾ। ਪਰ ਇੱਥੇ ਉਲਟਿਆ ਵੀ ਦੋਨੇ ਤਰ੍ਹਾਂ ਇੱਕ ਦੂਜੇ ਦੇ ਬਿਲਕੁਲ ਉਲਟ ਖੜੀਆਂ ਨੇ ਤੇ ਕੋਈ ਵੀ ਮੌਕਾ ਆਪਣੇ ਹੱਥੋਂ ਜਾਣ ਨਹੀਂ ਦਿੰਦਾ। ਜਿੱਥੇ ਦਾ ਲੱਗਦਾ ਠੇਬੀ ਲਾਉਣ ਦਾ ਲਾਉਂਦੇ ਨੇ। ਤੁਸੀਂ ਦੇਖਿਆ ਹੋਣਾ ਵੀ ਜਦੋਂ ਜਿਸ ਦਿਨ ਆਪਣੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਹੁਦਾ ਸੰਭਾਲਿਆ, ਕਿੱਡਾ ਵੱਡਾ ਇਕੱਠ ਸਾਰਾ ਪੰਜਾਬ ਉਲਰ ਕੇ ਉੱਥੇ ਕਾਂਗਰਸ ਦਾ ਆ ਗਿਆ ਸੀ। ਸਾਰੇ ਲੋਕ ਇੱਕ ਲਹਿਰ ਜੀ ਬਣੀ ਤੇ ਪਾਰਟੀ 'ਚ ਜਿੱਦਾਂ ਕਹਿ ਲਓ ਵੀ ਜਾਨ ਪੈ ਗਈ ਸੀ। ਪਰ ਉੱਥੇ ਜਿਹੜਾ ਤੁਸੀਂ ਜੋ ਸਿੱਧੂ ਸਾਹਿਬ ਨੇ ਭਾਸ਼ਣ ਜਿਹੜਾ ਸੀ ਉਹਨਾਂ ਦਾ, ਉਹ ਉੱਦਾਂ ਦਾ ਭਾਸ਼ਣ ਨਹੀਂ ਸੀ ਅਸੀਂ ਮਹਿਸੂਸ ਕੀਤਾ ਵੀ ਜਿੱਦਾਂ ਦਾ ਇੱਕ ਪ੍ਰਧਾਨ ਨੂੰ ਜ਼ਿੰਮੇਵਾਰ ਵਾਲੇ ਨੂੰ ਦੇਣਾ ਚਾਹੀਦਾ। ਭਾਵੇਂ ਉਹਨਾਂ ਨੇ ਮੁੱਖ ਮੰਤਰੀ ਤਾਂ ਕਿਹਾ ਵੀ ਮੁੱਖ ਮੰਤਰੀ ਪੰਜਾਬ, ਪਰ ਉਹਨਾਂ ਦੀ ਜ਼ੁਬਾਨ 'ਤੇ ਇੱਕ ਵਾਰੀ ਵੀ ਕੈਪਟਨ ਅਮਰਿੰਦਰ ਸਿੰਘ ਨਹੀਂ ਆਇਆ। ਜਦ ਕਿ ਉਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬੋਲੇ ਸੀ, ਉਹਨਾਂ ਨੇ ਆਪਣੇ ਬਾਰੇ ਦੱਸਿਆ ਸੀ ਕਿ ਮੈਂ ਸਿਆਸਤ ਜਿਹੜੀ ਆ ਤੁਹਾਡੇ ਪਿਤਾ ਜੀ ਕੋਲੋਂ ਸਿੱਖੀ ਆ, ਉਹੀ ਉਹ ਮੈਨੂੰ ਉਂਗਲੀ ਫੜ ਕੇ ਲੈ ਕੇ ਸਿਆਸਤ 'ਚ ਆਏ ਸੀ। ਉਹ ਬੜੇ ਤਹੱਲਮ ਨਾਲ ਬੋਲੇ ਸੀ, ਬਹੁਤ ਨਿਮਰਤਾ ਦੇ ਨਾਲ ਬੋਲੇ ਸੀ, ਜਿਹਦੀ ਲੋਕਾਂ ਨੇ ਉਹਨਾਂ ਨੇ ਵੀ ਸਿਫਤ ਕੀਤੀ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੇ ਕਾਰਜਸ਼ੈਲੀ ਤੋਂ ਔਖੇ ਆ। ਪਰ ਇਹ ਵੀ ਕਹਿ ਸਕਦੇ ਨੇ ਕਿ ਨਿਮਰਤਾ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਵਿੱਚ ਉਦੋਂ ਆਈ ਜਦੋਂ ਕੁੱਲ ਮਿਲਾ ਕੇ ਜੇ ਆਪਾਂ ਠੇਠ ਪੰਜਾਬੀ ਦੇ ਸ਼ਬਦ ਵਰਤੀਏ ਤੇ ਧੌਣ ਤੇ ਗੋਡਾ ਆ ਗਿਆ। ਪਹਿਲਾਂ ਨਿਮਰਤਾ ਉਹਨਾਂ ਨੇ ਵੀ ਨਹੀਂ ਦਿਖਾਈ, ਅੜੀ ਉਹਨਾਂ ਨੇ ਵੀ ਲਗਾਤਾਰ ਦਿਖਾਈ ਸੀਗੀ। ਹੁਣ ਜਿਹੜਾ ਤੁਸੀਂ ਕਹਿੰਦੇ ਕਿ 2 ਕੇਂਦਰ ਬਣ ਗਏ ਆ ਤਾਕਤ ਦੇ ਕਾਂਗਰਸ ਦੇ ਵਿੱਚ, ਇੱਕ ਕਾਂਗਰਸ ਦਾ ਪੰਜਾਬ ਪ੍ਰਧਾਨ ਹੈਗਾ ਤੇ ਦੂਜਾ ਮੁੱਖ ਮੰਤਰੀ ਹੈਗਾ ਪੰਜਾਬ ਦਾ। ਇਹਨਾਂ 2 ਕੇਂਦਰਾਂ ਦੇ ਵਿੱਚ ਜਦੋਂ ਦੇਖਦੇ ਆ ਕਿ ਅੱਜ ਵੀ ਜਿਹੜਾ ਆ ਉਹ ਨਵਜੋਤ ਸਿੰਘ ਸਿੱਧੂ ਨੇ ਸ਼ਹਿਰੀ ਹਲਕਿਆਂ ਦੇ ਜਿੰਨੇ ਵੀ MLA ਹੈਗੇ ਆ, ਮੰਤਰੀ ਹੈਗੇ, ਉਹਨਾਂ ਸਾਰਿਆਂ ਦੀ ਇੱਕ ਮੀਟਿੰਗ ਸੱਦੀ ਸੀ ਚੰਡੀਗੜ੍ਹ ਦੇ ਵਿੱਚ, ਔਰ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਭਾਈ ਦੱਸੋ ਸ਼ਹਿਰਾਂ ਦੇ ਵਿੱਚ ਕਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ, ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇਸ ਪਾਰਟੀ ਦੇ ਪ੍ਰਤੀ ਵਿਸ਼ਵਾਸ ਬਣੇ, ਸਰਕਾਰ ਦੇ ਪ੍ਰਤੀ ਵਿਸ਼ਵਾਸ ਬਣੇ। ਤੇ ਜਿੰਨੇ ਕੁ ਤੱਥ ਜਿਹੜੇ ਮੇਰੇ ਕੋਲ ਨਿਕਲ ਕੇ ਯਾਰ ਜਿਹੜੀ ਜਾਣਕਾਰੀ ਨਿਕਲ ਕੇ ਆਈ ਆ, ਪਤਾ ਲੱਗਾ ਕਿ ਇਹੀ ਇਸ ਮੀਟਿੰਗ ਦੇ ਦੌਰਾਨ ਜਿਹੜਾ ਉਹ ਬਹੁਤੇ ਵਿਧਾਇਕਾਂ ਨੇ ਤੇ ਮੰਤਰੀਆਂ ਨੇ ਕਿਹਾ ਆ। ਕਿੰਨੇ ਮੰਤਰੀ ਪਹੁੰਚੇ ਆਪਾਂ ਉਹਦੀ ਵੀ ਗੱਲ ਕਰਨੀ ਆ। ਬਹੁਤੇ ਮੰਤਰੀਆਂ ਨੇ ਕਿਹਾ ਇੱਕ ਤਾਂ ਕਹਿੰਦੇ 300 ਯੂਨਿਟ ਮਾਫ ਬਿਜਲੀ ਕਰਨ ਦੀ ਗੱਲ ਕਰੋ, ਦੂਜੀ ਜਿਹੜੀ ਆ ਉਹ ਸਸਤੀ ਬਿਜਲੀ ਦੀ ਗੱਲ, ਉਹੀ ਨਵਜੋਤ ਸਿੰਘ ਸਿੱਧੂ ਜਿਹੜਾ 3 ਤੋਂ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਗੱਲ ਕਰਦਾ। ਮੰਗ ਉਹੀ ਉੱਭਰ ਕੇ ਫਿਰ ਇਸ ਮੀਟਿੰਗ ਦੇ ਵਿੱਚ ਆ ਗਈ ਹੈ। PPA ਰੱਦ ਕਰਨ ਦੀ ਫਿਰ ਉਹੀ ਗੱਲਾਂ ਚੱਲਣਗੀਆਂ। ਮਤਲਬ ਮੋੜ ਘੇੜ ਕੇ ਗੱਡੀ ਤਾਂ ਉੱਥੇ ਆਣ ਕੇ ਖੜਦੀ ਹੈ। ਬਿਲਕੁਲ, ਜਿਹੜੀ ਜਿੱਦਾਂ ਮੀਟਿੰਗ ਉਹਨਾਂ ਨੇ ਸੱਦੀ ਸੀਗੀ, ਆਮ ਤੌਰ 'ਤੇ ਜਿਹੜੇ ਕਾਂਗਰਸ ਦਾ ਪ੍ਰਧਾਨ ਆ ਉਹ ਇੱਦਾਂ ਮੀਟਿੰਗ ਉਹਦੇ ਜਿੱਦਾਂ ਕਹਿ ਲਓ ਵੀ ਪ੍ਰੋਟੋਕੋਲ ਦੇ ਵਿੱਚ ਨਹੀਂ ਆਉਂਦਾ। ਜੇ ਵਿਧਾਇਕਾਂ ਅਤੇ ਮੰਤਰੀਆਂ ਦੀ ਮੀਟਿੰਗ ਕਰਨੀ ਆ ਤੇ ਉਹ ਮੁੱਖ ਮੰਤਰੀ ਹੀ ਕਰਦਾ ਹੁੰਦਾ ਆਮ ਤੌਰ 'ਤੇ। ਪਰ ਇਹ ਹੁਣ ਹਾਲਾਤ ਜਿਹੜੇ ਚੋਣਾਂ ਵੀ ਸਿਰ 'ਤੇ ਨੇ, ਪਾਰਟੀ ਨੂੰ ਵੀ ਤੇਜ਼ ਕਰਨਾ ਉਹਨਾਂ ਨੇ, ਤੇ ਉਹ ਆਪਣੀ ਇੱਕ ਵੱਡੀ ਜ਼ਿੰਮੇਵਾਰੀ ਵੀ ਸਮਝਦੇ ਆ। ਕਿਤੇ ਨਾ ਕਿਤੇ ਗੱਲ ਲੋਕਾਂ 'ਚ ਇਹ ਸੰਕੇਤ ਦੇਣ ਦਾ ਵੀ ਉਹ ਯਤਨ ਕਰ ਰਹੇ ਆ, ਲਗਭਗ ਲੋਕਾਂ ਨੂੰ ਕਲੀਅਰ ਕਰ ਰਹੇ ਆ
ਕਿ ਭਵਿੱਖ ਦੇ ਵਿੱਚ ਉਹੀ ਜਿਹੜੇ ਹੈਗੇ ਆ ਉਹ ਸਾਰੇ ਕੁਝ ਨੂੰ ਲੀਡ ਕਰਨਗੇ। ਤੁਸੀਂ ਭਵਿੱਖ ਦੀ ਗੱਲ ਕਰਦੇ ਆ, ਮੈਨੂੰ ਲੱਗਦਾ ਕਿ ਹੁਣੇ ਇਹ ਸੁਨੇਹਾ ਦੇ ਰਿਹਾ ਕਿ ਭਾਈ ਕੈਪਟਨ ਸਾਹਿਬ ਸਰਕਾਰ ਨਹੀਂ ਚਲਾ ਰਿਹਾ, ਸਰਕਾਰ ਮੈਂ ਚਲਾ ਰਿਹਾ। ਬਿਲਕੁਲ ਬਿਲਕੁਲ ਇੱਦਾਂ ਦਾ। ਪਰ ਦੇਖੋ ਅਜੇ ਵੀ ਜਿਹੜੇ ਅਫਸਰ ਆ ਤੇ ਪੰਜਾਬ ਦਾ ਮੁੱਖ ਮੰਤਰੀ ਉਹ ਕੈਪਟਨ ਅਮਰਿੰਦਰ ਸਿੰਘ ਆ, ਉਹਦੇ ਹੀ ਕਹਿਣ 'ਤੇ ਕੰਮ ਹੋਣੇ ਆ ਤੇ ਚੱਲਣੇ ਆ। ਇਹ ਜੇ ਬੇਲੋੜੀ ਤੁਸੀਂ ਟਕਰਾਅ ਪੈਦਾ ਕਰਦੇ ਆ ਜੀ, ਉਹ ਪਾਰਟੀ ਦੇ ਵੀ ਹਿੱਤ ਵਿੱਚ ਨਹੀਂ ਹੋਣਾ ਤੇ ਸਟੇਟ ਦੇ ਹਿੱਤ ਵਿੱਚ ਵੀ ਨਹੀਂ ਹੋਣਾ, ਕਿਉਂਕਿ ਅੱਗੇ ਜਿਹੜੀ ਕਾਂਗਰਸ ਦੀ ਕਾਟੋ ਕਲੇਸ਼ ਆ, ਭਾਵੇਂ ਉਹ ਪਾਰਟੀ ਦੀ ਸੀ ਪਰ ਉਹਨਾਂ ਸਟੇਟ ਪ੍ਰਭਾਵਿਤ ਹੋਈ ਆ, ਕਿਉਂਕਿ ਨਾ ਮੁੱਖ ਮੰਤਰੀ ਕੰਮ ਕਰ ਸਕਿਆ, ਨਾ ਉਹਦੇ MLA ਕੰਮ ਕਰ ਸਕੇ, ਨਾ ਮੰਤਰੀ ਕੰਮ ਕਰ ਸਕੇ, ਕਿਉਂਕਿ ਉਹ ਇਸ ਉਲਝਣ ਦੇ ਵਿੱਚ ਹੀ ਫਸੇ ਸੀ ਵੀ ਕਿਹਦਾ ਲੱਗਦਾ ਸਿੱਧੂ ਪ੍ਰਧਾਨ ਬਣਦਾ ਕਿ ਨਹੀਂ ਬਣਦਾ, ਕੈਪਟਨ ਨੂੰ ਠਿੱਬੀ ਲੱਗਦੀ ਕਿ ਨਹੀਂ ਲੱਗਦੀ, ਕੈਪਟਨ ਦਾ ਹੱਥ ਉੱਪਰ ਆਉਂਦਾ ਕਿ ਨਹੀਂ ਆਉਂਦਾ। ਇਹਦੇ ਵਿੱਚ ਜਿਹੜਾ ਸਮਾਂ ਬਰਬਾਦ ਹੋਇਆ ਉਹ ਸਟੇਟ ਦਾ ਸਮਾਂ ਬਰਬਾਦ ਹੋਇਆ। ਜਿਹੜੇ ਕੰਮ ਤੁਸੀਂ ਸਟੇਟ ਲਈ ਕਰਨੇ ਸੀ ਉਹ ਤੁਸੀਂ ਨਹੀਂ ਕੀਤੇ, ਆਪਸੀ ਖਿੱਚੋਤਾਣ ਦੇ ਵਿੱਚ ਬਤੀਤ ਕੀਤੇ ਆ। ਹੁਣ ਵੀ ਤੁਸੀਂ ਦੇਖਿਆ ਹੋਣਾ ਵੀ ਹਾਲਾਂਕਿ ਸਿੱਧੂ ਸਾਹਿਬ ਨੇ 4 ਜਿਹੜੇ ਆਪਣੇ ਸਲਾਹਕਾਰ ਨਿਯੁਕਤ ਕਰ ਲਿਆ, ਨਹੀਂ ਤਾਂ ਉਹਨਾਂ ਬਾਰੇ ਇਹ ਗੱਲ ਹੋਣ ਲੱਗ ਪਈ ਸੀ ਕਿ ਸਿੱਧੂ ਸਾਹਿਬ ਆਪਣੇ ਕੰਨ ਬੰਦ ਕਰਕੇ ਚੱਲਦੇ ਆ, ਉਹ ਸੁਣਦੇ ਨਹੀਂ ਕਿਸੇ ਦੀ, ਸੁਣਾ ਕੇ ਜਾਂਦੇ ਆ। ਤੁਸੀਂ ਵੀ ਮੀਡੀਆ 'ਚ ਦੇਖਿਆ ਹੋਣਾ ਇੱਥੇ ਵੀ ਉਹ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੰਦੇ, ਸਿਰਫ ਉਹ ਆਪਣੀ ਗੱਲ ਕਹਿੰਦੇ ਆ। ਇਹ ਲੋਕੀ ਤਾਂ ਇਹ ਕਹਿਣ ਲੱਗ ਪਏ ਵੀ ਜਿੱਦਾਂ ਮੋਦੀ ਕਰਦਾ ਉੱਦਾਂ ਉੱਦਾਂ ਹੀ ਸਿੱਧੂ ਕਰਦਾ। ਪਰ ਇਹ 'ਤੇ ਥੋੜ੍ਹਾ ਜਿਹਾ ਇੰਨਾ ਫਰਕ ਆ ਵੀ ਇਹ ਪੱਤਰਕਾਰਾਂ ਦੀ ਨੂੰ ਸੁਣਾ ਤਾਂ ਦਿੰਦਾ ਨਾ ਆਮੋ ਸਾਹਮਣੇ ਹੋ ਕੇ, ਉੱਥੇ ਤਾਂ ਇਹ ਵੀ ਨਹੀਂ ਹੈਗਾ, ਸਿਰਫ ਇੰਨਾ ਹੀ ਫਰਕ ਆ। ਬਾਕੀ ਗੱਲ ਉਹ ਆਪਣੀ ਕਰਦਾ। ਇਹ ਪਿਰਤ ਜਿਹੜੀ ਆ ਇਹ ਘੱਟੋ ਘੱਟ ਨਹੀਂ ਜਿਹੜੀ ਮੀਡੀਆ ਦੇ ਨਾਲ ਤੁਸੀਂ ਗੱਲਬਾਤ ਕਰਦੇ ਨਾ, ਇਹ ਪਿਰਤ ਜਿਹੜੀ ਆ ਉਹ ਮਾੜੀ ਆ। ਇਹ ਪੰਜਾਬ 'ਚ ਇੱਦਾਂ ਨਹੀਂ ਸੀ ਹੋਈ। ਜਿਹੜੇ ਸਲਾਹਕਾਰ ਰੱਖੇ ਆ ਉਹ ਅੱਖਾਂ ਤੇ ਕੰਨ ਹੁੰਦੇ ਆ ਤੇ ਉਹਨਾਂ ਨੇ ਹੀ ਦੱਸਣਾ ਹੁੰਦਾ। ਉਹ ਜਿਹੜੇ 4 ਬੰਦੇ ਰੱਖੇ ਬੜੇ ਵਧੀਆ ਹੈਗੇ ਆ, ਕੁਛ ਨੂੰ ਛੱਡ ਕੇ, ਕਿਉਂਕਿ ਦੋਆਂ ਦੇ ਵਿੱਚੋਂ ਤਾਂ ਇੱਕ ਤਾਂ ਮੁਹੰਮਦ ਮੁਸਤਫਾ ਨੇ ਤਾਂ ਕਹਿਤਾ ਕਿ ਮੈਂ ਬਣਨਾ ਹੀ ਨਹੀਂ ਨਾ ਸਲਾਹਕਾਰ। ਉਹ ਕਹਿੰਦੇ ਠੀਕ ਹੈ ਤੁਹਾਡੀ ਇੱਜ਼ਤ ਕਰਦੇ ਹਾਂ ਪਰ ਮੈਂ ਸਲਾਹਕਾਰ ਦਾ ਅਹੁਦਾ ਮੈਂ ਨਹੀਂ ਲੈਣਾ, ਮੈਂ ਨਹੀਂ ਇਹ ਇੱਥੇ ਜਗ੍ਹਾ 'ਤੇ ਨਹੀਂ ਬੈਠ ਸਕਦਾ। ਡਾਕਟਰ ਪਿਆਰੇ ਲਾਲ ਗਰਗ ਨੇ ਕਹਿਤਾ ਕਿ ਭਾਈ ਮੈਂ ਕਾਂਗਰਸ ਥੋੜ੍ਹੀ ਜੁਆਇਨ ਕਰਨੀ ਆ, ਹਾਂ ਜੇ ਤੁਸੀਂ ਮੇਰੇ ਕੋਲ ਸਲਾਹ ਮੰਗੋਗੇ ਮੈਂ ਸਲਾਹ ਦਊਂਗਾ, ਜੇ ਸਲਾਹਕਾਰਾਂ ਦੀ ਮੀਟਿੰਗ ਹੋਏਗੀ ਮੈਂ ਮੀਟਿੰਗ ਦੇ ਵਿੱਚ ਆਵਾਂਗਾ, ਅਤੇ ਜੇ ਮੇਰੇ ਕੋਲ ਕੋਈ ਅਕਾਲੀ ਦਲ ਵਾਲਾ ਵੀ ਚੰਗੀ ਸਲਾਹ ਲੈਣ ਲਈ ਆ ਗਿਆ, ਇਹਦਾ ਮਤਲਬ ਇਹ ਨਹੀਂ ਹੈ ਮੈਂ ਤੁਹਾਡੇ ਨਾਲ ਖੜ੍ਹ ਗਿਆ ਅਤੇ ਮੈਂ ਉਹਨਾਂ ਨੂੰ ਸਲਾਹ ਨਹੀਂ ਦੇਣੀ, ਚੰਗੀ ਸਲਾਹ ਸਾਰਿਆਂ ਨੂੰ ਦੇਣੀ ਆ। ਜੇ ਤੁਸੀਂ ਦੇਖਿਆ ਹੋਣਾ ਜਸਵੀਰ ਜੀ ਵੀ ਇੱਕ ਨਿਸ਼ਠਾਵਾਨ ਪੰਜਾਬੀ ਦੇ ਤੌਰ 'ਤੇ ਜੇ ਕੋਈ ਉੱਭਰਿਆ ਹੈਗਾ ਉਹ ਪਛਾਣ ਪਿਆਰਾ ਲਾਲ ਗਰਗ ਦੀ ਬਣੀ ਹੈ, ਜਿਹੜਾ ਨੂੰ ਆਪਣੇ ਦਰਦ ਆ ਪੂਰੇ ਪੰਜਾਬ ਦਾ ਵੀ ਇਸ ਜਲਣ 'ਚੋਂ ਪੰਜਾਬ ਨੂੰ ਕੱਢਿਆ ਕਿੱਦਾਂ ਜਾ ਸਕਦਾ। ਬਹੁਤ ਸਾਰੇ ਉਹ ਹਾਲਾਂਕਿ ਉਹ ਬੱਚਿਆਂ ਦੇ ਮਾਹਰ ਡਾਕਟਰ ਨੇ ਜਾਣਗੇ ਬੱਚਿਆਂ ਦੀ ਬਿਮਾਰੀਆਂ ਦੇ, ਪਰ ਜਿੱਦਾਂ ਦੇ ਉਹਨਾਂ ਨੇ ਕਾਨੂੰਨਾਂ ਦੇ ਵਿੱਚ ਕੋਈ ਖਰੜੇ ਤਿਆਰ ਕਰਕੇ ਦਿੱਤੇ ਨੇ, ਕਿੰਨਾ ਕੁਛ ਉਹ ਸਰਕਾਰ ਦੇ ਲਈ ਕਰਕੇ ਦਿੰਦੇ ਨੇ, ਉਹ ਇੱਕ ਸੂਝਵਾਨ ਬੰਦਾ ਹੀ ਕਰਕੇ ਦੇ ਸਕਦਾ। ਬਾਬਾ ਫਰੀਦ ਯੂਨੀਵਰਸਿਟੀ 'ਚ ਰਜਿਸਟਰਾਰ ਰਹੇ ਆ, ਉੱਥੋਂ ਰਿਟਾਇਰ ਹੋਏ ਆ, ਅਤੇ ਹੈਰਾਨੀ ਵਾਲੀ ਗੱਲ ਹੈ ਕਿ ਸਿੱਖਿਆ ਦੇ ਖੇਤਰ 'ਚ ਵੱਡਾ ਕੰਮ, ਸਿਹਤ ਦੇ ਖੇਤਰ 'ਚ ਵੱਡਾ ਕੰਮ, ਸਮਾਜਿਕ ਖੇਤਰ 'ਚ ਵੱਡਾ ਕੰਮ, ਅਤੇ ਪੋਲੀਟੀਕਲੀ ਕੀ ਹੋਣਾ ਚਾਹੀਦਾ, ਕਿਸ ਤਰੀਕੇ ਨਾਲ ਹੋਣਾ ਚਾਹੀਦਾ, ਇਹਦੇ ਵਿੱਚ ਵੀ ਵੱਡਾ ਕੰਮ ਉਹਨਾਂ ਦਾ ਦੇਖਣ ਨੂੰ ਮਿਲਦਾ ਹੈ। ਮੈਂ ਇੱਕ ਵਾਰ ਫਿਰ ਮੀਟਿੰਗ ਦੇ ਵੱਲ ਆਉਂਦਾ ਆ। ਮੀਟਿੰਗ ਹੋਈ, ਪਤਾ ਲੱਗਾ ਕਿ ਬਿਨਾਂ ਏਜੰਡੇ ਤੋਂ ਮੀਟਿੰਗ ਰੱਖੀ ਗਈ, ਕਿਸੇ ਨੂੰ ਨਹੀਂ ਦੱਸਿਆ ਗਿਆ ਏਜੰਡਾ ਆ। ਫਿਰ ਮੰਤਰੀਆਂ ਦੇ ਆਉਣ ਦੀ ਸੰਭਾਵਨਾ ਘੱਟ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੁਲਾਇਆ ਗਿਆ ਸੀਗਾ ਕਿ ਇਸ ਮੀਟਿੰਗ 'ਚ ਉਹ ਵੀ ਆਉਣ, ਅਤੇ ਮੀਟਿੰਗ ਦੇ ਵਿੱਚ ਬਹੁਤੇ ਮੰਤਰੀ ਨਹੀਂ ਆਏ, ਜਿਹੜੇ ਖਾਸ ਤੌਰ 'ਤੇ ਕੈਪਟਨ ਦੇ ਧੜੇ ਦੇ ਸੀਗੇ। ਜਿਹੜੇ ਆਏ ਉਹਨਾਂ 'ਚੋਂ ਵਾਪਸ ਚਲੇ ਗਿਆ ਕਿਉਂਕਿ 1 ਘੰਟਾ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਖੁਦ ਲੇਟ ਸੀਗੇ। ਹੁਣ ਜਦੋਂ ਇਸ ਤਰੀਕੇ ਦੀਆਂ ਮੀਟਿੰਗਾਂ ਸੱਦਦੇ, ਬਿਨਾਂ ਏਜੰਡੇ ਦੀਆਂ ਮੀਟਿੰਗਾਂ ਸੱਦਦੀਆਂ, ਇਹ ਵੀ ਪਿਰਤ ਕੋਈ ਬਹੁਤੀ ਵਧੀਆ ਨਹੀਂ ਹੈ ਕਿ ਜੇ ਤੁਸੀਂ ਬਿਨਾਂ ਏਜੰਡਾ ਦੱਸਿਆ ਹੀ ਸਾਰਿਆਂ ਨੂੰ ਬੁਲਾ ਲੈਂਦੇ ਆ। ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦੀ ਤਾਂ ਸੰਭਾਵਨਾ ਹੈ ਹੀ ਨਹੀਂ ਕਿ ਸਿੱਧੂ ਦੀ ਮੀਟਿੰਗ ਦੇ ਵਿੱਚ ਉਹ ਆਉਣਗੇ, ਪਰ ਬਿਨਾਂ ਏਜੰਡੇ ਦੀ ਮੀਟਿੰਗ ਕਿਸੇ ਨੂੰ ਸੱਦ ਲੈਣਾ ਅਤੇ ਏਡੇ ਗੰਭੀਰ, ਇਹ ਮਸਲਾ ਛੋਟਾ ਨਹੀਂ ਹੈ ਕਿ ਸ਼ਹਿਰਾਂ ਦੇ ਵਿੱਚ ਤੁਸੀਂ ਕਿਵੇਂ ਪਕੜ ਬਣਾਉਣੀ ਆ ਆਪਣੀ, ਇਹ ਵੀ ਵੱਡਾ। ਜੇ ਇਹੀ ਏਜੰਡਾ ਦੱਸ ਦਿੱਤਾ ਜਾਂਦਾ ਤਾਂ ਲੱਗਦਾ ਨਹੀਂ ਕਿ ਉਹ ਲੋਕ ਵੀ ਆਉਣੇ ਸੀ, ਮੰਤਰੀ ਵੀ ਆਉਣੇ ਸੀ, ਖਾਸ ਤੌਰ 'ਤੇ ਸ਼ਹਿਰੀ ਹਲਕਿਆਂ ਨਾਲ, ਕਿ ਸਾਡੇ ਵਿਸ਼ੇ ਦੀ ਗੱਲ ਹੋਣੀ, ਸਾਡੇ ਲਾਭ ਦੀ ਗੱਲ ਹੋਣੀ ਹੈ। ਦੇਖੋ ਜਸਵੀਰ ਜੀ, ਇਹ ਤਾਂ ਬਿਲਕੁਲ ਗੱਲ ਕਲੀਅਰ ਆ ਵੀ ਜਦੋਂ ਤੁਸੀਂ ਸਰਕਾਰ ਨੂੰ ਲੀਡ ਕਰ ਰਹੇ ਹੈਗੇ ਆ ਕਾਂਗਰਸ ਪਾਰਟੀ, ਅਤੇ ਤੁਹਾਡੇ ਕੋਲ ਤਾਂ ਮਿੰਟ ਦਾ ਪ੍ਰੋਗਰਾਮ ਹੋਣਾ ਚਾਹੀਦਾ। ਉੱਥੇ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਕਾਂਗਰਸ ਭਵਨ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਆ ਉਹਦੀ ਚੇਅਰ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨੇ ਹੀ ਕਰਨੀ ਸੀ, ਪ੍ਰਧਾਨ ਨੇ ਹੀ ਕਰਨੀ ਹੁੰਦੀ ਆ। ਉਹਦੇ ਵਿੱਚ ਮੰਤਰੀ ਜਿਹੜੇ ਹੋਰ ਆ ਉਹ ਸਾਰੇ ਕਿਉਂਕਿ ਪਾਰਟੀ ਵੱਡੀ ਹੁੰਦੀ ਹੈ ਹਮੇਸ਼ਾ, ਕਿਉਂਕਿ ਜਿੱਦਾਂ ਦਾ ਟਕਰਾਅ
ਦੋਨਾਂ ਧਿਰਾਂ 'ਚ ਚੱਲ ਰਿਹਾ ਹੈਗਾ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਵਧਣ ਦੀ ਹੋਰ ਵੀ ਸੰਭਾਵਨਾ ਹੈਗੀ ਹੈ, ਝੋ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿੱਦਾਂ ਦਾ ਰੰਗ ਰੂਪ ਲੈਂਦਾ ਇਹ ਹਜੇ ਸਮੇਂ ਦੇ ਗਰਭ ਦੇ ਵਿੱਚ ਹੈਗਾ। ਪਰ ਹੁਣ ਤੁਸੀਂ ਦੇਖੋ ਵੀ ਜਿਹੜੀਆਂ ਏਜੰਡੇ ਤੋਂ ਬਿਨਾਂ ਮੀਟਿੰਗ ਕਰਨੀ, ਇਹ ਤੋਂ ਲੱਗਦਾ ਵੀ ਸਿੱਧੂ ਸਾਹਿਬ ਕਾਲ ਦੇ ਵਿੱਚ ਹੈਗੇ, ਕਿਸੇ ਕਾਲੀ ਹੈਗੀ ਉਹਨਾਂ ਨੂੰ। ਸੋਚ ਸਮਝ ਕੇ ਜਾਣੀ ਕਿ ਜੇ ਮੀਟਿੰਗ ਤੁਸੀਂ ਕਰਦੇ ਆ ਉਹਦੇ ਰਿਜ਼ਲਟ ਜੇ ਦੇਣਾ ਚਾਹੁੰਦੇ ਆ, ਉਹ ਇੱਕ ਵਧੀਆ ਸੁਨੇਹਾ ਜਾਣਾ ਸੀ। ਇਹ ਗੱਲ ਤਾਂ ਪਹਿਲਾਂ ਵੀ ਆਪਣੇ ਸਲਾਹਕਾਰ ਤੋਂ ਜਾਂ ਤੁਹਾਨੂੰ ਜਦੋਂ ਤੁਸੀਂ 2-2.5 ਸਾਲ ਰਹੇ ਆ ਸ਼ਹਿਰਾਂ ਦੇ ਵਿੱਚ, ਜਾਣੀ ਕਿ ਸ਼ਹਿਰੀ ਮੰਤਰੀ ਉਹਨਾਂ ਦਾ ਕੋਲ ਸਥਾਨਕ ਸਰਕਾਰਾਂ ਦਾ ਮਹਿਕਮਾ ਸੀ, ਸਮੱਸਿਆਵਾਂ ਤਾਂ ਉਹੀ ਆ, ਉਦੋਂ ਵਧੀਆ ਹੋਣਗੀਆਂ, ਘਟੀਆਂ ਤਾਂ ਨਹੀਂ ਹੈਗੀਆਂ। ਉਹਨਾਂ ਸਮੱਸਿਆਵਾਂ ਦਾ ਸਿੱਧੂ ਸਾਹਿਬ ਨੂੰ ਬਾਖੂਬੀ ਪਤਾ ਹੈਗਾ, ਇਹ ਤੋਂ ਕੋਈ ਦੋ ਰਾਮਾ ਨਹੀਂ। ਇਹ ਆ ਵੀ ਕੁਛ ਵਿਧਾਨ ਸਭਾ ਹਲਕਿਆਂ ਦੀ ਆਪੋ ਆਪਣੀ ਸਮੱਸਿਆ ਵੀ ਹੁੰਦੀ ਆ, ਕਿਸੇ ਹਲਕੇ ਸ਼ਹਿਰੀ ਹਲਕੇ 'ਚ ਕੋਈ ਖਾਸ ਸਮੱਸਿਆ ਹੁੰਦੀ ਆ। ਸ਼ਹਿਰਾਂ ਦੀਆਂ ਵੱਡੀਆਂ ਜਿਹੜੀਆਂ ਸਮੱਸਿਆਵਾਂ, ਕਿਤੇ ਕੂੜੇ ਦਾ ਪ੍ਰਬੰਧ ਨਹੀਂ, ਢੇਰਾਂ ਦੇ ਢੇਰ, ਪਹਾੜਾਂ ਦੇ ਪਹਾੜ ਲੱਗੇ ਪਏ ਆ, ਸੀਵਰੇਜ ਦਾ ਕੋਈ ਠੀਕ ਪ੍ਰਬੰਧ ਨਹੀਂ ਹੈਗਾ। ਕਹਿਣ ਨੂੰ ਸਮਾਰਟ ਸਿਟੀ ਆਵੇ, ਥਾਂ ਥਾਂ ਗੰਦ ਪਿਆ, ਕਿਤੇ ਕੋਈ ਸਟਰੀਟ ਲਾਈਟ ਨਹੀਂ ਜਗਦੀ, ਕਿਤੇ ਕੋਈ ਸੜਕਾਂ ਨਹੀਂ ਚੱਜਦੀਆਂ ਬਣੀਆਂ, ਹਾਲ ਦੁਹਾਈ ਮਚੀ ਪਈ ਆ। ਅਤੇ ਕਰਪਸ਼ਨ ਇੰਨੀ ਆ ਵੀ ਨਗਰ ਨਿਗਮ ਨੂੰ ਇੱਥੋਂ ਤੱਕ ਕਿਹਾ ਜਾਂਦਾ ਵੀ ਕਰਪਸ਼ਨ ਦਾ ਅੱਡਾ ਆ। ਹੁਣ ਭ੍ਰਿਸ਼ਟਾਚਾਰ ਇੰਨਾ, ਜਦੋਂ ਸਿੱਧੂ ਸਾਹਿਬ ਆਪ ਆਪਣੇ ਸੀਗੇ ਮੰਤਰੀ, ਉਹਨਾਂ ਨੇ ਕਿੰਨੇ ਬੰਦੇ 7-8 ਜਾਣੀ ਕਿ ਜਿਹੜੇ ਅਧਿਕਾਰੀ ਸੀ ਸਸਪੈਂਡ ਕੀਤੇ ਸੀ, ਉਹ ਮੁੜ ਕੇ ਫਿਰ ਬਹਾਲ ਹੋ ਗਏ। ਜਾਣੀ ਕਿ ਜਿਹੜੇ ਵੀ ਉਹ ਆਪਣੇ ਮੰਤਰੀ ਹੁੰਦਿਆਂ ਹੋਇਆਂ ਵੀ ਉਹ ਆਪਣੀ ਤਾਕਤ ਸਹੀ ਢੰਗ ਨਾਲ ਨਹੀਂ ਸੀ ਦਿਖਾ ਸਕੇ, ਉਹਨਾਂ ਦੀ ਨਹੀਂ ਚੱਲੀ। ਉਦੋਂ ਉਹਨਾਂ ਨੂੰ ਗੱਲ ਉਹ ਵੀ ਉਠਾਉਣੀ ਚਾਹੀਦੀ ਸੀ। ਪਰ ਹੁਣ ਜੇ ਉਹਨਾਂ ਨੂੰ, ਜੇ ਮੈਂ ਕਹਿੰਦਾ ਬਹੁਤ ਵੱਡਾ, ਇਹ ਮੁੱਖ ਮੰਤਰੀ ਤੋਂ ਵੀ ਵੱਡਾ ਅਹੁਦਾ ਹੈਗਾ, ਜਿਹੜਾ ਪਾਰਟੀ ਦਾ ਅਹੁਦਾ ਹੁੰਦਾ, ਪ੍ਰਧਾਨ ਦਾ ਅਹੁਦਾ ਹੁੰਦਾ, ਉਹ ਕਿਉਂਕਿ ਉਹਦੇ ਮੁਤਾਬਕ ਹੀ ਚੱਲਣਾ ਹੁੰਦਾ, ਪਾਰਟੀ ਨੇ ਹੀ ਪ੍ਰੋਗਰਾਮ ਦੇਣਾ ਹੁੰਦਾ। ਇੱਥੇ ਇੱਕ ਤਾਂ ਉਮਰ ਦਾ ਗੈਪ ਆ, ਇੱਕ ਤਜਰਬੇ ਦੀ ਵੀ ਘਾਟ ਆ। ਜਿਹੜਾ ਸਤਿਕਾਰ, ਮੈਂ ਕਹਿੰਦਾ ਪੰਜਾਬ ਦੀ ਇਹ ਉਹ ਰਵਾਇਤ ਹੈਗੀ ਆ ਕਿ ਤੁਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈਗਾ, ਚਾਹੇ ਉਹਦੇ ਵਿੱਚ 100 ਔਗਣ ਵੀ ਕਿਉਂ ਨਾ ਹੋਣ। ਜਾਣੀ ਕਿ ਇਹ ਪੰਜਾਬ ਦੇ ਸੱਭਿਆਚਾਰ ਜਾਂ ਉਹਦੇ ਹੱਡਾਂ ਦੇ ਵਿੱਚ ਵਸੀ ਹੋਈ ਗੱਲ ਆ। ਇਹ ਤੋਂ ਮੈਨੂੰ ਲੱਗਦਾ ਵੀ ਉਹ ਵਾਰ-ਵਾਰ ਨਵਜੋਤ ਸਿੰਘ ਸਿੱਧੂ ਭੁੱਲ ਕਰ ਰਹੇ ਨੇ। ਜੇ ਉਹਨਾਂ ਦੀ ਜਾਤੀ ਖੁੰਦਕ ਆ ਉਹ ਵੱਖਰੀ ਗੱਲ ਆ, ਪਰ ਪਬਲਿਕਲੀ ਜੇ ਤੁਸੀਂ ਸਤਿਕਾਰ ਨਹੀਂ ਕਰਦੇ ਤਾਂ ਫਿਰ ਲੋਕ ਬੜੇ ਸਿਆਣੇ ਹੁੰਦੇ ਨੇ, ਉਹ ਆਪਣੇ ਢੰਗ ਨਾਲ ਉਹਨਾਂ ਨੂੰ ਫੈਸਲਾ ਕਰਨਾ ਆਉਂਦਾ ਹੈਗਾ। ਅਤੇ ਜਿਹੜਾ ਚਲੋ ਮੀਟਿੰਗ ਦੇ ਵਿੱਚ ਲੇਟ ਆਉਣਾ ਉਹ ਸੁਭਾਵਿਕ ਹੋ ਸਕਦਾ, ਕੋਈ ਜਿੱਦਾਂ ਦੀ ਟ੍ਰੈਫਿਕ ਦੀ ਸਮੱਸਿਆ ਜਾਂ ਹੋਰ ਵੀ ਹੈਗੀਆਂ, ਹਾਂ ਆਦਤ ਵੀ ਬਣ ਚੁੱਕੀ ਆ, ਉਹ ਤਾਂ ਹੈ ਹੀ ਜਾਣਗੇ। ਪਰ ਇੱਦਾਂ ਵੀ ਨਹੀਂ ਹੈਗੇ। ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਕਿਤੇ ਵੀ ਦੇਖ ਲਓ ਵੀ ਉਹ ਅੱਧਾ ਪੌਣਾ ਘੰਟਾ ਪਹਿਲਾਂ ਹੀ ਆਏ ਹੁੰਦੇ ਆ। ਇਹ ਤੁਸੀਂ ਆਪ ਸੈੱਟ ਕਰਨਾ ਹੁੰਦਾ ਵੀ ਤੁਸੀਂ ਲੋਕਾਂ ਨੂੰ ਜੇ ਸਮਾਂ ਵੱਧ, ਜਿੱਦਾਂ ਹੁਣ ਬਾਹਰ ਮੁਲਕਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਉੱਦਾਂ ਦਾ ਸਿਸਟਮ ਹੋਣਾ ਚਾਹੀਦਾ, ਉਹ ਕੋਈ ਬੰਦਾ ਵੀ ਲੇਟ ਨਹੀਂ ਹੁੰਦਾ ਕਿਤੇ। ਤੁਸੀਂ ਇੱਕ ਅੱਧਾ ਮਿੰਟ ਵੀ ਨਹੀਂ ਲੇਟ ਹੋ ਸਕਦੇ ਜਿੱਦਾਂ ਦੇ ਸਿਸਟਮ ਦੇ ਵਿੱਚ ਤੁਸੀਂ ਢਲ ਚੁੱਕੇ ਆ। ਅੱਛਾ, ਇੱਥੇ ਇੱਕ ਚੀਜ਼ ਹੋਰ ਮੈਂ ਕਰਨੀ ਆ ਗੱਲ ਕਿ ਸਿੱਧੂ ਹੁਰੀ ਉਸ ਸਮੇਂ 'ਚ ਮੀਟਿੰਗ ਸੱਦਦੇ ਆ ਜਦੋਂ ਉਹਦੇ ਤੋਂ ਯਕਦਮ ਬਾਅਦ ਸੋਮਵਾਰ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਕੈਬਨਿਟ ਦੀ ਮੀਟਿੰਗ ਇਸ ਵਾਰ ਬੜੀ ਮਹੱਤਵਪੂਰਨ ਦੱਸੀ ਜਾ ਰਹੀ ਹੈ ਕਿ ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਕੈਬਨਿਟ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਵੀ ਕੋਈ ਫੈਸਲਾ ਕੀਤਾ ਜਾ ਸਕਦਾ। ਸੋ ਇਸ ਕਰਕੇ ਉਹ ਕੈਬਨਿਟ ਦੀ ਮੀਟਿੰਗ ਬਹੁਤ ਮਹੱਤਵਪੂਰਨ ਆ। ਅਤੇ ਉਸ ਕੈਬਨਿਟ ਦੀ ਮੀਟਿੰਗ ਤੋਂ ਐਨ ਪਹਿਲਾਂ ਇਹ ਮੀਟਿੰਗ ਬੁਲਾਉਣੀ, ਲੱਗਦਾ ਇਹ ਵੀ ਸ਼ਕਤੀਆਂ ਦਾ ਜਿਹੜਾ ਵਿਕੇਂਦਰੀਕਰਨ ਹੋ ਗਿਆ, ਦੋ ਧਿਰਾਂ 'ਚ ਵੰਡੀਆਂ ਗਈਆਂ ਸ਼ਕਤੀਆਂ, ਉਸੇ ਦਾ ਨਤੀਜਾ ਹੈ ਜਾਂ ਇਹ ਸੁਭਾਵਿਕ ਦੀ ਚੀਜ਼ ਹੈ ਕਿ ਸਿੱਧੂ ਨੇ ਲਗਾਤਾਰ ਮੀਟਿੰਗਾਂ ਕਰਨੀਆਂ ਹੀ ਕਰਨੀਆਂ ਹੁਣ ਜਦੋਂ ਤੋਂ ਪ੍ਰਧਾਨ ਬਣੇ? ਸੁਭਾਵਿਕ ਨਹੀਂ ਕੁਛ ਵੀ ਹੈਗਾ, ਇੱਦਾਂ ਤਾਂ ਕੁਛ ਨਹੀਂ। ਤੁਸੀਂ ਦੇਖੋ ਬਈ ਸਿੱਧੂ ਸਾਹਿਬ ਟਵੀਟ ਉਦੋਂ ਹੀ ਕਰਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਹੁੰਦੇ ਆ। ਉਹ ਜਾਣੀ ਕਿ ਤੀਰ ਇਸ ਹਿਸਾਬ ਨਾਲ ਛੱਡਦੇ ਆ ਜਿਹੜਾ ਨਿਸ਼ਾਨੇ 'ਤੇ ਜਾ ਕੇ ਲੱਗੇ। ਕਿਉਂਕਿ ਜਦੋਂ ਉਹ ਉੱਥੇ ਐਤਕੀ ਵੀ ਜਦੋਂ ਗਏ ਹੈਗਾ ਸੋਨੀਆ ਗਾਂਧੀ ਨੂੰ ਮਿਲਣ ਵਾਸਤੇ, ਕੈਪਟਨ ਅਮਰਿੰਦਰ ਸਿੰਘ ਪਿੱਛੋਂ ਕਿੰਨੇ ਮੰਤਰੀਆਂ ਨੇ ਚਿੱਠੀ ਲਿਖ ਦਿੱਤੀ ਵੀ ਜਿਹੜੀ ਸਾਨੂੰ ਵੀ ਮਿਲਣ ਦਾ ਟਾਈਮ ਦਿੱਤਾ ਜਾਵੇ। ਉਹ ਉਹੀ ਮੰਤਰੀ ਆ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਖੇਮੇ ਦੇ ਵਿੱਚ ਹੁਣ ਗਿਣੇ ਜਾਂਦੇ ਆ। ਪੈਰਲਲ ਜਾਣੀ ਕਿ ਤੁਸੀਂ ਆਪਣੀ ਗੱਲ ਉੱਥੇ ਪਹੁੰਚਾਉਂਦੇ ਆ। ਜਦੋਂ ਪਹਿਲਾਂ ਵੀ ਮੀਟਿੰਗ ਉਹ ਹੋਈ ਸੀ ਉਦੋਂ ਵੀ ਸਿੱਧੂ ਸਾਹਿਬ ਨੇ ਇੱਕ ਪਲੈਨਡ ਤਰੀਕੇ ਨਾਲ ਆਪਣੇ ਵੱਖ-ਵੱਖ ਚੈਨਲਾਂ ਦੇ ਉੱਤੇ ਧੂੰਆਂ ਤਾਰ ਜਿੱਦਾਂ ਵੀ ਇੰਟਰਵਿਊ ਦਿੱਤੀਆਂ ਸੀ ਜਦੋਂ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਜਾਣਾ ਸੀਗਾ। ਉਦੋਂ ਪਹਿਲਾਂ ਉਹ ਮਾਹੌਲ ਨੂੰ, ਉਹ ਨਰੇਟਿਵ ਨੂੰ ਸਿਰਜਿਆ ਗਿਆ ਵੀ ਲੋਕ ਚਾਹੁੰਦੇ ਕੀ ਆ। ਕਿਉਂਕਿ ਇੱਕ ਜਿਹੜਾ ਉਹਨਾਂ ਦੀ ਗੱਲ ਕਹਿਣ ਦਾ ਤਰੀਕਾ ਅਤੇ ਅੰਦਾਜ਼ ਹੈਗਾ ਉਹ ਲੋਕਾਂ ਨੂੰ ਭਾਉਂਦਾ ਵੀ ਆ
ਤੇ ਉਹਨਾਂ ਨੂੰ ਪਤਾ ਵੀ ਆ ਵੀ ਇਹਦੇ ਰਾਜਨੀਤਿਕ ਮਾਇਨੇ ਕੀ ਨਿਕਲਣਗੇ ਜੀ। ਤੇ ਇਸੇ ਮੀਟਿੰਗ ਦਾ ਵੀ ਜਿਹੜੀ ਹੋਣੀ ਆ ਸੋਮਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਸਿੱਧੂ ਸਾਹਿਬ ਦੀ ਮੀਟਿੰਗ ਜਿਹੜੀ ਆ ਉਹ ਉਸੇ ਲਾਈਨ ਦੇ ਵਿੱਚ ਕੀਤੀ ਗਈ ਆ ਵੀ ਉਹਨੂੰ ਪ੍ਰਭਾਵਿਤ ਕੀਤਾ ਜਾ ਸਕੇ ਤੇ ਆਪਣੀ ਗੱਲ ਜਿਹੜੀ ਆ ਉਹ ਠੋਕ ਵਜਾ ਕੇ ਕਰ ਸਕਣ। ਪਰ ਬਿਨਾਂ ਏਜੰਡੇ ਤੋਂ ਕੀਤੀ ਗਈ ਮੀਟਿੰਗ ਜਿਹੜੀ ਆ ਉਹ ਜਿੱਦਾਂ ਫਲਾਪ ਸਾਬਤ ਹੋਈ ਆ ਉਹਦਾ ਮਾੜਾ ਪ੍ਰਭਾਵ ਜਿਹੜਾ ਉਹ ਜਾਂਦਾ ਹੈਗਾ, ਕਿਉਂਕਿ ਸ਼ਹਿਰਾਂ ਦੀਆਂ ਸਮੱਸਿਆਵਾਂ ਨੂੰ ਮੇਰੇ ਹਿਸਾਬ ਨਾਲ ਸਿੱਧੂ ਸਾਹਿਬ ਚੰਗੀ ਤਰ੍ਹਾਂ ਜਾਣਦੇ ਜੋ 2-2.5 ਸਾਲ ਉਹਨਾਂ ਨੇ ਕੰਮ ਕੀਤਾ ਮਹਿਕਮੇ ਦੇ ਵਿੱਚ ਰਹਿ ਕੇ। ਅੱਛਾ, ਇੱਕ ਮੈਨੂੰ ਲੱਗਦਾ ਨਾਲ ਹੀ ਇੱਕ ਇਸ਼ੂ ਜਿਹੜਾ ਆ ਉਹ ਵੀ ਥੋੜ੍ਹਾ ਜਿਹਾ ਜਨਤਾ ਦੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਆਪਾਂ ਸਾਂਝਾ ਕਰ ਲੈਂਦੇ, ਕਿਉਂਕਿ ਕਦੀ ਕਦੀ ਇੱਕ ਖਬਰ ਨਹੀਂ 2 ਖਬਰਾਂ ਇੰਨੀਆਂ ਮਹੱਤਵਪੂਰਨ ਹੁੰਦੀਆਂ ਕਿ ਸਾਨੂੰ ਉਹਨਾਂ ਦੇ ਉੱਤੇ ਲਗਾਤਾਰ ਚਰਚਾ ਕਰਨੀ ਪੈਂਦੀ ਆ। ਦੂਜੀ ਖਬਰ ਜਿਹੜਾ ਆ ਉਹ ਸੁੱਚਾ ਸਿੰਘ ਲੰਗਾਹ ਨਾਲ ਸੰਬੰਧਿਤ ਇਸ ਸਮੇਂ ਸਾਹਮਣੇ ਆ ਰਹੀ ਹੈ। ਅੱਜ ਸੁੱਚਾ ਸਿੰਘ ਲੰਗਾਹ ਦੇ ਬੇਟੇ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਹਲਕੇ ਦੇ ਵਿੱਚ। ਸੁੱਚਾ ਸਿੰਘ ਲੰਗਾਹ ਨਹੀਂ ਜਾ ਸਕੇ ਔਰ ਨਾ ਜਾਣ ਦੀ ਤੜਪ ਇਹੋ ਜਿਹੀ ਹੈ ਕਿ ਮੀਡੀਆ ਨੂੰ ਬਕਾਇਦਾ ਘਰੇ ਬੁਲਾ ਕੇ ਉਹ ਕਹਿੰਦੇ ਆ ਕਿ ਮੈਂ ਜਥੇਦਾਰ ਸਾਹਿਬ ਨੂੰ ਦੁਬਾਰਾ ਫਿਰ ਪ੍ਰਾਰਥਨਾ ਕਰਦਾ, ਭਾਈ ਮੈਨੂੰ ਪੰਥ ਦੇ ਵਿੱਚ ਵਾਪਸ ਲਿਆ ਜਾਵੇ। ਮੈਂ ਕਈ ਜਿੱਦਾਂ ਪੰਜਾਬੀ 'ਚ ਕਹਿੰਦੇ ਨੇ ਚੌਂਕੀਆਂ ਭਰ ਚੁੱਕਾ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਸਿਰ ਨਵਾ ਚੁੱਕਾ ਹਾਂ, ਮੇਰੇ ਪਿਤਾ ਸ਼੍ਰੀ ਚਿੱਠੀ ਲਿਖ ਚੁੱਕੇ ਆ, ਮਾਪੇ ਲਿਖ ਚੁੱਕੇ ਆ, ਮੈਂ ਲਿਖ ਚੁੱਕਾ ਹਾਂ, ਅਤੇ ਹੁਣ ਤਾਂ ਮੇਰੀ ਅਰਜ਼ੋਈ ਜਿਹੜੀ ਆ ਉਹ ਕਬੂਲ ਕਰ ਲਈ ਜਾਵੇ। ਆਹ ਹੁਣ ਦੀ ਤੜਪ ਜਿਹੜੀ ਹੈ ਨੌਲੀ ਸਾਹਿਬ, ਇਹ ਤੜਪ ਸੱਚੀਓ ਪੰਥ ਦੇ ਵਿੱਚ ਆਉਣ ਵਾਲੀ ਤੜਪ ਹੈ ਜਾਂ ਪੁੱਤ ਨੇ ਰੈਲੀ ਕੀਤੀ ਸੀ ਸਿਆਸੀ, ਅਤੇ ਸਿਆਸੀ ਰੈਲੀਆਂ ਦੇ ਵਿੱਚ ਹੁਣ ਜਾਣ ਦੀ ਤੜਪ ਜਿਹੜੀ ਉਹਨਾਂ ਦੇ ਅੰਦਰ ਤਲਬ ਉੱਠੀ ਹੈ ਕਿ ਜੇ ਮੈਂ ਨਹੀਂ ਜਾਂਦਾ ਤਾਂ ਉਹ ਸਿਆਸੀ ਲੋਕਾਂ ਨੂੰ ਸਾਹ ਵੀ ਨਹੀਂ ਨਾ ਆਉਂਦਾ ਰੈਲੀਆਂ ਤੋਂ ਬਿਨਾਂ, ਜਾਂ ਉਹ ਵਾਲੀ ਚੀਜ਼ ਵੱਧ ਜਿਹੜੀ ਆ ਧਰਮ ਜ਼ਿਆਦਾ ਉਹਨਾਂ ਦੇ ਅੰਦਰ ਤੜਪ ਪੈਦਾ ਕਰ ਰਿਹਾ ਜਾਂ ਸਿਆਸਤ ਜ਼ਿਆਦਾ ਤੜਪ ਪੈਦਾ ਕਰ ਰਹੀ? ਦੇਖੋ ਜਸਵੀਰ ਜੀ, ਪਤਾ ਕੀ ਆ, ਜਿਹੜਾ ਹੁਣ ਹੁਕਮ ਅਕਾਲ ਤਖਤ ਸਾਹਿਬ ਤੋਂ ਜੋ ਜਾਰੀ ਹੁੰਦੇ ਹੁਕਮਨਾਮੇ ਹੁੰਦੇ ਨੇ, ਜੋ ਉਹਦੇ ਫੈਸਲੇ ਹੁੰਦੇ ਨੇ, ਉਹਨੂੰ ਅਟੱਲ ਸੱਚਾਈ ਮੰਨਿਆ ਜਾਂਦਾ ਹੈਗਾ। ਜੇ ਹੁਣ ਜਿੱਦਾਂ ਉਹ ਵਾਪਸ ਪੰਥ ਵਿੱਚ ਲੈਣ ਦੀ ਗੱਲ ਕਰਦੇ ਆ, ਹੁਕਮਨਾਮਾ ਇੱਕ ਤਰ੍ਹਾਂ ਦਾ ਉਹ ਵਾਪਸ ਲਿਆ ਜਾਣਾ ਹੈਗਾ। ਜੇ ਇਹ ਪਿਰਤ ਪੈਂਦੀ ਆ ਤੇ ਇਹਦੇ ਨਾਲ ਬਹੁਤ ਵੱਡੇ ਹੋਰ ਵੀ ਸੰਕਟ ਖੜੇ ਹੋਣਗੇ। ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਨਹੀਂ ਕਿ ਇੱਦਾਂ ਹੀ ਹੁਕਮਨਾਮੇ ਜਿਹੜੇ RSS ਦੇ ਵਿਰੁੱਧ ਵਦੰਤੀ ਸਾਹਿਬ ਉਹਨਾਂ ਨੇ ਜਾਰੀ ਕੀਤੇ ਸੀ, ਉਹ ਵਾਪਸ ਕਰਾਉਣ ਦੇ ਲਈ ਅੰਦਰ ਖਾਤੇ ਜਿਹੜੇ ਬੰਦੇ ਕੰਟਰੋਲ ਕਰਦੇ ਨੇ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲ ਤਖਤ ਸਾਹਿਬ ਦੇ ਸਾਰੇ ਪ੍ਰਬੰਧ ਨੂੰ, ਉਹਨਾਂ ਨੇ ਆਪਣੇ ਬੰਦੇ ਭੇਜੇ ਸੀ। ਹੁਣ ਤਾਂ ਇੱਕ ਬੰਦਾ ਮਰ ਗਿਆ, ਰੁਲਦਾ ਸਿੰਘ, ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਸੀਗਾ ਸਟੇਟ ਦਾ, ਉਹ ਤੇ ਇੱਕ ਬਾਦਲ ਸਾਹਿਬ ਦਾ ਰਿਸ਼ਤੇਦਾਰ ਜਿਹੜਾ ਸਾਬਕਾ ਮੰਤਰੀ ਤੇ ਵਦੰਤੀ ਸਾਹਿਬ ਵੱਲੋਂ ਇੱਕ ਉਹਨਾਂ ਦਾ ਪ੍ਰਤੀਨਿਧ, ਉਹਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਸੀਗੀ ਤੇ ਇਹ ਗੱਲ ਕਹੀ ਗਈ ਸੀਗੀ ਵੀ ਜਿਹੜੇ ਹੁਕਮਨਾਮੇ RSS ਦੇ ਵਿਰੁੱਧ ਜਾਰੀ ਕੀਤੇ ਗਏ ਆ ਉਹ ਵਾਪਸ ਲੈ ਜਾਣ। ਇਹ ਗੱਲ ਉਹਨਾਂ ਨੇ, ਰੁਲਦਾ ਸਿੰਘ ਨੇ ਵੀ ਕਹੀ ਸੀ ਵੀ ਸਾਨੂੰ ਬੜਾ ਉੱਪਰ ਸਾਡੇ 'ਤੇ ਦਬਾਅ ਪੈਂਦਾ ਵੀ ਜੇ ਉਹ ਹੁਕਮਨਾਮੇ ਬਰਕਰਾਰ ਰਹਿੰਦੇ ਨੇ, ਸਾਡਾ ਫਿਰ ਸਿੱਖਾਂ ਦੇ ਵਿੱਚ ਜਾਣਾ ਤੇ ਉਹਨਾਂ ਨਾਲ ਤਾਲਮੇਲ ਰੱਖਣਾ ਤੇ ਪ੍ਰੋਗਰਾਮ ਕਰਨ ਵਿੱਚ ਸਾਨੂੰ ਔਖ ਆਉਂਦੀ ਆ। ਤੁਸੀਂ ਦੇਖੋ, ਜੇ ਸੁੱਚਾ ਸਿੰਘ ਲੰਗਾਹ ਦਾ ਇੱਕ ਪਾਰਟੀ ਕਰਕੇ, ਕਿਉਂਕਿ ਜੇ ਸ਼੍ਰੋਮਣੀ ਅਕਾਲੀ ਦਲ ਕਰਕੇ ਵਾਪਸ ਲੈਂਦੇ ਆ ਤੁਸੀਂ, ਇਹ ਗੱਲ ਤਾਂ ਹੋ ਨਹੀਂ ਨਾ ਸਕਦੀ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਰਿਆਂ ਦਾ ਸਾਂਝਾ ਜਿਹੜੇ ਸਿੱਖ ਪੰਥ ਦਾ ਸਾਂਝਾ ਹੈਗਾ ਜੀ। ਉਹ ਉੱਥੇ ਜੇ ਇਹ ਪਿਰਤ ਪੈਂਦੀ ਆ, ਫਿਰ ਹੋਰ ਹੁਕਮਨਾਮਿਆਂ ਨੂੰ ਵਾਪਸ ਲੈਣ ਦੇ ਲਈ ਵੀ ਜਿਹੜਾ ਰਾਹ ਜਿਹੜਾ ਉਹ ਖੁੱਲ੍ਹ ਜਾਣਾ ਹੈਗਾ। ਕਈ ਗੱਲਾਂ ਵੀ ਉਹ ਸੰਕਟ ਪੈਦਾ ਹੋ ਜਾਣੇ ਆ। ਇਹ ਕਿੰਨੀ ਵਾਰ ਸੁੱਚਾ ਸਿੰਘ ਲੰਗਾਹ ਹੁਣੀ ਆਪ ਵੀ ਕਹਿ ਚੁੱਕੇ ਨੇ। ਹਾਲਾਂਕਿ ਸਿੱਖੀ ਸਿਧਾਂਤ ਦੇ ਵਿੱਚ ਇਹ ਗੱਲ ਹੈ ਕਿ ਤੁਸੀਂ ਜੇ ਕੋਈ ਮਾਫੀ ਮੰਗਦਾ ਆ ਤੇ ਮਾਫੀ ਉਹਨੂੰ ਦੇਣੀ ਆ। ਅੱਛਾ, ਮੈਂ ਮਾਫ ਕਰਨਾ, ਗੱਲ ਟੋਕ ਰਿਹਾ। ਤੁਸੀਂ ਕਹਿੰਦੇ ਕਿ ਬਹੁਤ ਪਿੱਛੇ ਜਾਣਾ ਪਏਗਾ, ਆਪਾਂ ਬਹੁਤੇ ਪਿੱਛੇ ਕੀ ਜਾਣਾ ਆ। ਇੱਕ ਮਾਫੀ ਤਾਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵੀ ਦਿੱਤੀ ਜਾ ਚੁੱਕੀ ਹੈ, ਤੇ ਫਿਰ ਉਸ ਸੰਦਰਭ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਉਹ ਵੀ ਆਪਣੇ ਸਾਹਮਣੇ ਆ। ਤੇ ਸੁੱਚਾ ਸਿੰਘ ਲੰਗਾਹ ਵੀ ਤਾਂ ਕਹਿ ਹੀ ਸਕਦਾ ਕਿ ਤੁਸੀਂ ਭਾਈ ਸਿਆਸੀ ਫਾਇਦਿਆਂ ਲਈ ਉਹਨੂੰ ਮਾਫੀ ਦੇ ਸਕਦੇ ਆ, ਤੇ ਮੇਰੇ ਲਈ ਕਾਹਤੋਂ ਨਹੀਂ ਇੱਦਾਂ ਦਾ ਕੋਈ ਰਾਹ ਕੱਢਦੇ। ਤੁਸੀਂ ਦੇਖੋ, ਜਦੋਂ ਜਸਵੀਰ ਜੀ ਉਹ ਮਾਫੀ ਦਿੱਤੀ ਗਈ ਤੇ ਉਸ ਵੇਲੇ ਦੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਸੀਗੇ ਸਰਦਾਰ ਗੁਰਬਚਨ ਸਿੰਘ ਹੁਣੀ ਜੀ, ਉਹਨਾਂ ਦੀਆਂ ਦੋਨੇ ਤਰ੍ਹਾਂ ਦੀਆਂ ਵੀਡੀਓ ਲੋਕਾਂ ਨੇ ਦੇਖੀਆਂ। ਜਦੋਂ ਉਹ ਮਾਫੀ ਦੇ ਰਹੇ ਆ, ਦੇਣ ਦੀ ਪੁਸ਼ਟੀ ਕਰਦੇ ਆ, ਤੇ ਜਦੋਂ ਉਸ ਗੱਲ ਤੋਂ ਮੁੱਕਰਦੇ ਆ। ਹੁਣ ਇਸ ਗੱਲ ਦੇ ਨਾਲ ਢਾਹ ਕਿਹਨੂੰ ਲੱਗੀ ਆ? ਅਕਾਲ ਤਖਤ ਦੇ ਵਕਾਰ ਨੂੰ ਢਾਹ ਲੱਗੀ ਆ, ਉਹਦੇ ਤੇ ਜਥੇਦਾਰ ਦੇ ਵਕਾਰ ਨੂੰ ਢਾਹ ਲੱਗੀ ਆ, ਜਿਹੜਾ ਉਸ ਪਦਵੀ 'ਤੇ ਬੈਠ ਕੇ
ਜਿਹੜਾ ਦੋਹਰੇ ਉਹਦੇ ਜਿਹੜਾ ਚਿਹਰਾ ਆ, ਦੋਹਰੇ ਮਾਪਦੰਡ ਆ ਉਹਦੇ ਅਪਣਾਏ ਗਏ, ਜਾਣੀ ਕਿ ਜਿਹੜਾ ਉਹਨੂੰ ਮਾਫੀ ਦੇਣ ਜਾਂ ਨਾ ਦੇਣ ਦੇ ਮਾਮਲੇ 'ਚ ਜਿੱਦਾਂ ਦਾ ਸਟੈਂਡ ਲਿਆ ਗਿਆ, ਉਹ ਨੁਕਸਾਨ ਕਿਹਦਾ ਹੋਇਆ? ਜਾਣੀ ਕਿ ਮੇਰਾ ਖਿਆਲ ਹੈ ਕਿ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦਰਜ ਹੋਇਆ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਜਥੇਦਾਰ ਦਾ ਪੁਤਲਾ ਫੂਕਿਆ ਗਿਆ ਹੋਵੇਗਾ, ਉਹ ਵੀ ਉਹਨਾਂ ਦੇ ਹਿੱਸੇ ਆਉਂਦਾ ਆ। ਬਿਲਕੁਲ ਬਿਲਕੁਲ। ਦੇਖੋ ਉਹ ਤਾਂ ਹੀ ਹੋਇਆ ਸਾਰਾ ਕੁਝ ਜਦੋਂ ਤੁਸੀਂ, ਇਹ ਵੀ ਪਹਿਲੀ ਵਾਰ ਹੋਇਆ ਵੀ ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਹੋਵੇ। ਇਹ ਘਟਨਾਵਾਂ ਤਾਂ ਬਹੁਤ ਸਾਰੀਆਂ ਹੈਗੀਆਂ ਨੇ, ਜਿਹੜਾ ਇਤਿਹਾਸ ਇਹ ਕਾਲੇ ਅੱਖਰਾਂ 'ਚ ਹੀ ਲਿਖਿਆ ਰਹਿਣਾ। ਜਾਣੀ ਕਿ ਉਸ ਸਮੇਂ ਦੇ ਜਿਹੜੇ ਰਾਜ ਕੀਤਾ ਸੀ, ਜਿਨ੍ਹਾਂ ਨੇ ਇੱਕ ਆਪਣੇ ਰਾਜਨੀਤਿਕ ਮਫਾਦ ਲਈ, ਇੱਕ ਸੱਤਾ ਹਾਸਲ ਕਰਨ ਦੇ ਲਈ, ਇੱਕ ਡੇਰੇ ਦੀਆਂ ਵੋਟਾਂ ਹਾਸਲ ਕਰਨ ਦੇ ਲਈ ਸਾਰਾ ਪ੍ਰਪੰਚ ਜਿਹੜਾ ਰਚਿਆ ਗਿਆ ਸੀ, ਉਹ ਜਿੱਦਾਂ ਹੁਣ ਲੋਕਾਂ ਦੇ ਵਿੱਚ ਸਮੇਂ ਸਿਰ ਬਾਹਰ ਵੀ ਆਉਣਾ, ਅਤੇ ਉਸ ਗੱਲ ਨੇ ਲੋਕਾਂ ਨੂੰ ਕਦੇ ਭੁੱਲਣਾ ਨਹੀਂ ਹੈਗਾ ਵੀ ਜਿਹੜੀ ਭੂਮਿਕਾ ਜਥੇਦਾਰ ਦੀ ਉਸ ਵੇਲੇ ਦੀ ਰਹੀ ਆ, ਦੋਨਾਂ ਵੇਲੇ, ਮਾਫੀ ਦੇਣ ਵੇਲੇ ਵੀ ਅਤੇ ਉਸ ਗੱਲ ਤੋਂ ਮੁਕਰਨ ਵੇਲੇ ਵੀ। ਇਸ ਕਰਕੇ ਹੁਣ ਦੇ ਜਥੇਦਾਰ ਜਿਹੜੇ ਆ, ਇਹਨਾਂ ਤੋਂ ਇਹ ਉਮੀਦ ਕੀਤੀ ਜਾਂਦੀ ਆ ਕਿ ਜਿੱਦਾਂ ਦਾ ਵਕਾਰ ਇਹਨਾਂ ਨੇ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਤੇ ਕਾਫੀ ਹੱਦ ਤੱਕ ਇਹ ਕਾਮਯਾਬ ਵੀ ਹੋਏ ਆ, ਉਹਨੂੰ ਜੇ ਇਹਨਾਂ ਨੇ ਬਰਕਰਾਰ ਰੱਖਣਾ ਅਤੇ ਇੱਦਾਂ ਦੇ ਜਿਹੜੇ ਫੈਸਲੇ ਆ ਸੰਵੇਦਨਸ਼ੀਲ, ਉਹ ਬੜੇ ਸੋਚ ਵਿਚਾਰ ਸਮਝ ਕੇ ਲੈਣੇ ਚਾਹੀਦੇ, ਤਾਂ ਕਿ ਉਹ ਹੋਰ ਨਵਾਂ ਜਿਹੜਾ ਸੰਕਟ ਆ, ਧਾਰਮਿਕ ਸੰਕਟ, ਉਹ ਨਾ ਪੈਦਾ ਕਰ ਦੇਣ। ਜੀ ਬਿਲਕੁਲ, ਨਵਾਂ ਧਾਰਮਿਕ ਸੰਕਟ ਜਿਹੜਾ ਉਹ ਨਾ ਪੈਦਾ ਹੋ ਜਾਵੇ। ਮਸਲੇ ਬਹੁਤ ਸਾਰੇ ਨੇ, ਗੱਲ ਜਿੱਥੋਂ ਸ਼ੁਰੂ ਹੋਈ ਸੀ ਆਪਾਂ ਗੱਲ ਖਤਮ ਵੀ ਉਸੇ ਪਾਸੇ ਵੱਲ ਜਾ ਕੇ ਕਰਦੇ ਹਾਂ ਕਿ ਲੋਕਾਂ ਨੂੰ ਸਮਝਣਾ ਪਏਗਾ ਕਿ ਅਸਲ ਦੇ ਵਿੱਚ ਮੂਲ ਸਮੱਸਿਆਵਾਂ ਕਿੱਥੇ ਟਿਕੀਆਂ ਹੋਈਆਂ ਹੈ, ਚਾਹੇ ਉਹ ਮਸਲੇ ਧਾਰਮਿਕ ਹੋਣ, ਚਾਹੇ ਸਮਾਜਿਕ ਹੋਣ, ਚਾਹੇ ਰਾਜਨੀਤਿਕ ਹੋਣ ਜਾਂ ਫਿਰ ਆਰਥਿਕ ਹੋਣ। ਜਿੰਨੀ ਦੇਰ ਤੱਕ ਲੋਕ ਜਾਗਦੇ ਸਿਰਾਂ ਵਾਲੇ ਨਹੀਂ ਹੋਣਗੇ, ਉਨੀ ਦੇਰ ਤੱਕ ਇਹ ਸਮੱਸਿਆ ਬਦਸਤੂਰ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ। ਸਿਆਸੀ ਪਾਰਟੀਆਂ, ਸਿਆਸੀ ਨੁਮਾਇੰਦੇ ਆਪਣੀ ਲੱਛੇਦਾਰ ਭਾਸ਼ਾ ਤੇ ਭਾਸ਼ਣਾਂ ਦੇ ਨਾਲ ਸਾਨੂੰ ਇਸੇ ਤਰੀਕੇ ਨਾਲ ਚੋਣਾਂ ਦੇ ਦਿਨਾਂ ਦੇ ਵਿੱਚ ਆਪਣੇ ਵਲਵਲੇਵੇਂ 'ਚ ਲੈਂਦੇ ਰਹਿਣਗੇ ਤੇ ਅਸੀਂ 5 ਸਾਲ ਉਹਨਾਂ ਦੇ ਮੂੰਹ ਵੱਲ ਦੇਖਣ ਜੋਗੇ ਰਹਿ ਜਾਾਂਗੇ। ਇਹ ਸਿਲਸਿਲਾ ਲਗਾਤਾਰ ਚੱਲਦਾ ਰਹੇਗਾ। ਸਾਨੂੰ ਆਪਣੇ ਸਿਰ ਲਾਜ਼ਮੀ ਤੌਰ 'ਤੇ ਜਗਾਉਣੇ ਪੈਣਗੇ। ਫਿਲਹਾਲ ਇਸੇ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ, ਪਰ ਤਾਜ਼ਾ ਤਰੀਨ ਖਬਰਾਂ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।